सतनाम करता पुरख निरभउ निर्वैर अकाल मूरत अजूनी सैभं गुर प्रसाद बेशुमार अथाह अगणत अतुल्य ज्यों बुलावो त्यों नानक दास बोले। गुरु सवारे खालसा जी। वाहिगुरु जी का खालसा वाहिगुरु जी की फतेह। आप जी वडभागे हो जो 8वें पातशाह बाला प्रीतम सतगुरु जिस डिठै सब दुख जाए इन्हां अजमतां वडियाइयां दे मालक गुरु हरकृष्ण साहब महाराज जी दे पवित्र चरण छोह प्राप्त इतिहासक अस्थान गुरुद्वारा बंगला साहब जी की यात्रा करदियां जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। हुण समा है गुरु दरबार दे निजम अनुसार गुरु की बाणी दी चल रही लड़ीवार कथा दा अपनियां मन बिरतियां इकागर करो। रसना पवित्र कर दे एक बार सारे उच्चारण करो जी सतनाम वाहिगुरु जी। अज मगर दा महीना आरंभ होया है और हर महीने की तरह लड़ीवार कथा नूं विराम दे के इस नवे महीने दे परथाए जो उपदेश पंजवें पातशाह ने गुरु अर्जन देव पिता महाराज ने मांझ राग अंदर 12 महाबाणी दे विच बख्शिश कीता है उस पावन शब्द का मूल पाठ आप जी ने गुरु के वजीर भाई परमजीत सिंह जी होरा पासों सरवण किया। बाणी गुरु है, गुरु बाणी है, सारी ही बाणी दे विच अमृत है। इस सिक्खी का मूल सूत्र है जिहड़ा इन्हां तिन्नां चीज़ां तो आसे पासे है उन्हों समझ लेना कि वो धर्म के धुएं विच गवाचा होया है। छोटे हुंदियां
ਬੱਚੇ ਬੁਝਾਰਤਾਂ ਪਾਉਂਦੇ ਹੁੰਦੇ ਸੀ, ਮਾਂ ਜੰਮੀ ਨਾ ਪੁੱਤ ਕੋਠੇ ਤੇ। ਬੁੱਝੋ ਇਹ ਬੁਝਾਰਤ ਕੀ ਹੈ? ਤਾਂ ਪਤਾ ਲੱਗਦਾ ਸੀ ਧੂਆਂ, ਵੀ ਅੱਗ ਅਜੇ ਬਲੀ ਵੀ ਨਹੀਂ ਤੇ ਧੂਆਂ ਜਿਹੜਾ ਹੈ ਉਹ ਘਰ ਦੀਆਂ ਚਿਮਨੀਆਂ ਤੋਂ ਨਿਕਲ ਕੇ ਲੋਕਾਂ ਦੀਆਂ, ਆਂਢੀਆਂ ਗੁਆਂਢੀਆਂ ਦੀਆਂ ਕੋਠਿਆਂ ਦੀਆਂ ਛੱਤਾਂ ਵੀ ਪਾਰ ਕਰ ਗਿਆ। ਉਹ ਹਾਲਤ ਸਾਡੀ ਹੈ ਵੀ ਧਰਮ ਦਾ ਧੂਆਂ ਬਹੁਤ ਹੈ, ਧਰਮ ਕੋਈ ਨਹੀਂ ਹੈ। ਮੈਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਕਿ ਅਸੀਂ ਸਾਰੀ ਸਿੱਖੀ ਮੱਥਾ ਟੇਕਣ ਤੇ ਘੁਮਾਤੀ ਹੈ। 2 ਮਿੰਟ ਦੇ ਮੱਥਾ ਟੇਕਣ ਵਾਸਤੇ ਅਸੀਂ 1.5 ਘੰਟਾ ਗੱਡੀ ਚਲਾਉਣ ਲਈ ਤਿਆਰ ਹਾਂ, ਪਰ 1.5 ਮਿੰਟ ਬੈਠਣ ਲਈ ਤਿਆਰ ਨਹੀਂ ਹਾਂ। ਮੈਂ ਫਿਰ ਬੇਨਤੀ ਕਰਾਂ, 2 ਮਿੰਟ ਦੇ ਮੱਥਾ ਟੇਕਣ ਵਾਸਤੇ 1.5 ਘੰਟਾ ਗੱਡੀ ਵਿੱਚ ਬੈਠਣ ਲਈ ਤਿਆਰ ਹਾਂ, 1.5 ਮਿੰਟ ਗੁਰੂ ਪਾਤਸ਼ਾਹ ਦੇ ਘਰ ਦਰਬਾਰ ਵਿੱਚ ਬੈਠਣ ਲਈ ਤਿਆਰ ਨਹੀਂ ਹਾਂ। ਨਹੀਂ ਤਾਂ ਹੋ ਸਕਦਾ ਵੀ ਕਦੇ ਗੁਰੂ ਦਰਬਾਰ ਖਾਲੀ ਹੋਣ, ਕਿਉਂਕਿ ਅਸੀਂ ਇਸ ਗੱਲ ਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ। ਭਾਈ ਸਿੱਖਾ, ਜੋ ਤੂੰ ਚਾਹੁੰਦਾ ਹੈ, ਤੇਰੇ ਚਾਹੁਣ ਤੋਂ ਪਹਿਲਾਂ ਤੇਰਾ ਗੁਰੂ ਵੀ ਉਹੀ ਚਾਹੁੰਦਾ ਹੈ। ਤੂੰ ਕੀ ਚਾਹੁੰਦਾ ਹੈ? ਤੂੰ ਇਹ ਚਾਹੁੰਦਾ ਹੈ ਕਿ ਗੁਰੂ ਮੇਰੇ ਕੰਮ ਕਰੇ, ਗੁਰੂ ਮੇਰੇ ਕਾਰਜ ਸਵਾਰੇ। ਸਤਿਗੁਰੂ ਵੀ ਕਹਿੰਦਾ ਵੀ ਭਾਈ ਮੈਂ ਵੀ ਚਾਹੁੰਦਾ ਤੇਰੇ ਕਾਰਜ ਸਵਰਨ, ਮੈਂ ਵੀ ਤੇਰੇ ਕਾਰਜ ਸਵਾਰਨੇ ਚਾਹੁੰਦਾ। ਫਿਰ ਪੁੱਛਣਾ ਚਾਹੀਦਾ ਵੀ ਇਹ ਨੁਕਤਾ ਰੁਕਿਆ ਕਿੱਥੇ ਹੈ? ਉਹ ਸਿਰਫ ਇਸੇ ਗੱਲ ਤੇ ਰੁਕਿਆ ਹੋਇਆ ਹੈ। ਅਸੀਂ ਕਹਿੰਦੇ ਬਾਬਾ ਆਹ ਫੜ 10 ਰੁਪਈਏ, ਮੈਂ ਚੱਲਿਆ ਤੇ ਮੇਰਾ ਕੰਮ ਕਰ ਦੀ। ਆ ਚੱਕ 10 ਰੁਪਈਏ, ਤੇ ਜੇ ਕਰ ਦੇਂਗਾ ਤੇ ਮੈਂ ਤੇਰਾ 6100 ਰੁਪਈਆ ਖੰਡ ਪਾਠ ਦਾ ਵੀ ਦੇ ਦੂੰਗਾ, ਉਹ ਵੀ ਤੂੰ ਕਰ ਦੀ। ਮੇਰੇ ਕੋਲ ਵਕਤ ਨਹੀਂ ਹੈ। ਮੈਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਵੀ ਇੱਕ ਧਰਮੀ ਆਦਮੀ ਹੈ, ਉਹ ਰੋਜ਼ ਆ ਕੇ ਕੋਈ ਅਰਦਾਸ ਕਰਾਉਂਦਾ ਹੈ, ਗਿਆਨੀ ਜੀ ਉਮਰ ਵੱਡੀ ਹੋ ਜਾਏ, ਸਿਆਲ ਆ ਗਿਆ, ਕਿਤੇ ਮਹਾਰਾਜ ਲੈ ਹੀ ਨਾ ਜਾਏ। ਤੁਸੀਂ ਯਕੀਨ ਕਰਨਾ, ਮੈਂ ਆਪਣੇ ਅੱਖਾਂ ਨਾਲ ਵੇਖੇ ਨੇ ਐਸੇ ਬੰਦੇ, ਰੱਬ ਜਿਉਂ ਬੈੱਡ ਤੇ ਪਾਉਂਦਾ ਹੈ, ਜਿਉਂ ਬੈੱਡ ਤੇ ਪਾਉਂਦਾ ਹੈ, ਜਿਉਂ ਬੈੱਡ ਤੇ ਪਾਉਂਦਾ ਹੈ, ਕਹਿੰਦਾ ਜਦੋਂ ਨੱਕ ਨਾਲ ਲੀਕਾ ਕੱਢੇਗਾ ਨਾ, ਹੁਣ ਉਦੋਂ ਖੜੂਗਾ ਤੈਨੂੰ, ਉਹਨਾਂ ਚਿਰ ਨਹੀਂ ਖੜਦਾ। ਬੰਟੀ ਵੈਂਟੀਲੇਟਰ ਤੇ ਵੀ ਪਾ ਕੇ ਰੱਖੂਗਾ ਤੈਨੂੰ। ਔਰ ਸ਼ਰਾਬੀ ਕਵਾਬੀ ਦੇਖੋ, ਤੁਹਾਡੇ ਨਾਲ ਕਿੰਨੀਆਂ ਗੱਲਾਂ ਕਰਦੇ ਮੈਨੂੰ ਨਹੀਂ ਪਤਾ, ਮੇਰੇ ਵਰਗੇ ਨਾਲ ਤੇ ਉਹ ਕਰਦੇ ਨੇ। ਗਿਆਨੀ ਜੀ ਹੁਣ ਤੇ ਰੱਬ ਨੂੰ ਕਹਿ ਦਿੱਤਾ ਵੀ ਜਦੋਂ ਮਰਜ਼ੀ ਲੈ ਜੀ, ਤੇ ਰੱਬ ਵੀ ਕਹਿੰਦਾ ਵੀ ਜਦੋਂ ਇਹ ਤਿਆਰ ਹੈ ਤੇ ਮੈਨੂੰ ਮੰਜੀ ਤੇ ਪਾ ਕੇ ਖੜਨ ਦੀ ਕੀ ਲੋੜ ਹੈ। 1 ਸਕਿੰਟ 'ਚ ਮਰਦੇ ਨੇ ਸ਼ਰਾਬੀ ਕਵਾਬੀ। ਤੇ ਜਿੰਨੇ ਮਾਲਾ ਹੱਥ 'ਚ ਫੜ ਕੇ ਤੁਰਨ ਵਾਲੇ ਨੇ ਸਭ ਮੰਜੀ ਤੇ ਪੈ ਕੇ ਮਰਦੇ ਨੇ। ਰੱਬ ਕਹਿੰਦਾ ਵੀ ਤੂੰ ਜਦੋਂ ਸਹਿਮਤ ਹੋਏਗਾ ਉਦੋਂ ਲੈ ਕੇ ਜਾਵਾਂਗਾ। ਵੀ ਜਾਣਾ ਤੇ ਲੈ ਕੇ ਹੀ ਹੈ, ਵੀ ਮੈਂ ਕਿਹੜਾ ਤੇਰੇ ਕੋਲ ਉੱਥੇ ਇੰਡਸਟਰੀ ਚਲਾਉਣੀ ਹੈ। ਫਿਰ ਬੰਦਾ ਨਹੀਂ, ਬੰਦੇ ਦਾ ਪਰਿਵਾਰ ਵੀ ਕਹਿੰਦਾ ਗਿਆਨੀ ਜੀ ਕੋਈ ਐਸਾ ਸੁਖਮਣੀ ਪੜ੍ਹੋ। ਮੈਂ ਕਹਿੰਦਾ ਉਹਨਾਂ ਸੁਖਮਣੀ ਨਹੀਂ, ਉਹ ਕਹਿੰਦੇ ਵੀ ਕੋਈ ਐਸਾ ਡੰਡਾ ਮਾਰੋ ਬਾਪੂ ਦੇ ਸਿਰ 'ਚ ਕਿ ਤੁਹਾਡੇ ਪੜ੍ਹਦੇ ਹੀ ਮਰ ਜੇ। ਪਤਾ ਨਹੀਂ ਗੱਲ ਪੇਚ ਅੜ ਕਿੱਥੇ ਗਿਆ, ਸਾਨੂੰ ਗੱਲ ਸਮਝ ਕਿਉਂ ਨਹੀਂ ਆਉਂਦੀ। ਅਸੀਂ ਕਹਿੰਦੇ ਜੀ ਆਹ ਫੜੋ 10 ਰੁਪਈਏ ਸਾਡਾ ਕੰਮ ਕਰ ਦਿਓ, ਤੇ ਗੁਰੂ ਕੀ ਕਹਿੰਦਾ? ਗੁਰੂ ਕਹਿੰਦਾ ਥਿਰ ਕਰ ਬੈਸੋ ਕਰੋ ਕਿਰਪਾ। ਥਿਰ ਕਰ ਬੈਸੋ
हर जन प्यारे सतगुर तुमरे काज सो। तू बैठ, मैं तेरा काम करके आना। हुण दसो आपां की चाहुंदे आ? गुरु कहंदा तू मेरे कोल बैठ, मैं तेरे काम करांगा। ਅਸੀਂ ਕਹਿੰਦੇ नहीं तेरे कोल नहीं बहना। कोई बाहर गप्पी होएगा ਉਹਦੇ ਕੋਲ ਬਵਾਂਗੇ, कोई गालड़ी होएगा तो ਉਹਦੇ ਕੋਲ ਬਵਾਂਗੇ, कोई निंदिया चुगली सुनावे तो ਉਹਦੇ ਕੋਲ ਬਵਾਂਗੇ। तेरे कोल बह के की करना है? ਤੈਨੂੰ की पता है? ਅਸੀਂ ਇਹ ਸੋਚਦੇ ਵੀ ਰੱਬ ਨੂੰ ਕੀ ਪਤਾ ਹੈ। ਰੱਬ ਨੂੰ ਤੇ ਕਿਸੇ ਗੱਲ ਦਾ ਪਤਾ ਹੀ ਨਹੀਂ। ਇਹ ਤਾਂ ਬਾਹਰ ਕਿਸੇ ਬੰਦੇ ਨੂੰ ਪੁੱਛਾਂਗੇ ਵੀ ਸੁਣਾ ਕੋਈ ਨਵੀਂ ਤਾਜੀ, ਉਹ ਫਿਰ ਕਹੂਗਾ ਵੀ ਉਹਦਾ ਰਾਤ ਨੂੰ ਸਿਲੰਡਰ ਚੋਰੀ ਹੋ ਗਿਆ, ਉਹਦਾ ਰਾਤ ਨੂੰ ਸਾਈਕਲ ਚੁੱਕਿਆ ਗਿਆ, ਉਹਦੀ ਕੱਲ ਗੁਰਦੁਆਰੇ ਜੁੱਤੀ ਚੁੱਕੀ ਗਈ ਹੈ। ਜੁੱਤੀ ਚੁੱਕੀ ਗਈ? ਉੱਥੇ ਕੈਮਰੇ ਨਹੀਂ ਸੀ ਲੱਗੇ ਭਲਾ? ਲੈ ਜੁੱਤੀ ਕਿਸੇ ਦੀ ਚੁੱਕੀ, ਚੁੱਕ ਕੋਈ ਲੈ ਗਿਆ, ਸਾਹ ਮੈਨੂੰ ਚੜ ਗਿਆ ਹੈ। ਕੈਮਰੇ ਨਹੀਂ ਸੀ ਲੱਗੇ ਉੱਥੇ ਭਲਾ? ਇਹ ਸਾਡੀ ਧਰਮ ਦੀ ਅਧੋਗਤੀ ਹੈ। ਮਾਂ ਜੰਮੀ ਨਹੀਂ, ਪੁੱਤ ਕੋਠਿਓ ਕੋਠੀ ਲੋਕਾਂ ਦੇ ਘਰ ਵੀ ਟੱਪ ਗਏ ਧੂਆਂ। ਸਿੱਖੀ ਦਾ ਮੂਲ ਸੂਤਰ ਹੈ ਕਿ ਕੀ ਤੁਸੀਂ ਬਾਣੀ ਨੂੰ ਗੁਰੂ ਮੰਨਦੇ ਹੋ? ਨਹੀਂ, ਅਸੀਂ ਫੋਟੋਆਂ ਨੂੰ ਗੁਰੂ ਮੰਨਦੇ ਹਾਂ ਜਾਂ ਬਾਬਿਆਂ ਨੂੰ ਗੁਰੂ ਮੰਨਦੇ ਹਾਂ। ਜੇ ਗੁਰਬਾਣੀ ਨੂੰ ਗੁਰੂ ਮੰਨਦੇ ਤੇ ਇਹ ਗੁਰਬਾਣੀ ਸਾਡੇ ਕੋਲ ਹੁੰਦੀ। ਬਾਣੀ ਕੰਠ, ਪੈਸਾ ਗੰਠ। ਪੈਸੇ ਉਹ ਜਿਹੜੇ ਤੁਹਾਡੇ ਬਟੂਏ ਵਿੱਚ ਨੇ, ਤੁਹਾਡੇ ਪਰਸ ਵਿੱਚ ਨੇ, ਤੇ ਬਾਣੀ ਜਿਹੜੀ ਤੁਹਾਡੇ ਚੇਤੇ ਵਿੱਚ ਹੈ। ਜਿਹੜੀ ਗੁਟਕੇ ਵਿੱਚ ਬਾਣੀ ਹੈ ਉਹ ਤੁਹਾਡੀ ਨਹੀਂ ਹੈ। ਜਿੱਥੇ ਗੁਟਕਾ ਮਿਸਪਲੇਸ ਹੋ ਜਾਏਗਾ ਉੱਥੇ ਗੁਆਚ ਜਾਏਗੀ ਬਾਣੀ। ਤੇ ਜਿਹੜਾ ਜਪਜੀ ਸਾਹਿਬ ਤੁਹਾਨੂੰ ਯਾਦ ਹੈ ਉਹ ਕਿਤੇ ਨਹੀਂ ਗੁਆਚਦਾ। ਉਹ ਤੇ ਭਾਈ ਮਤੀ ਦਾਸ ਦੇ ਸਿਰ ਤੇ ਆਰਾ ਵੀ ਚੱਲਦਾ ਹੈ ਤੇ ਜਪਜੀ ਸਾਹਿਬ ਵੀ ਚੱਲਦਾ ਹੈ। ਗੁਟਕੇ ਵਾਲਾ ਜਪਜੀ ਸਾਹਿਬ ਤੁਹਾਡਾ ਨਹੀਂ। ਜਿੱਦਣ ਐਨਕਾਂ ਅੱਗੇ ਪਿੱਛੇ ਹੋ ਗਈਆਂ ਉਦਣ ਹੀ ਰਹਿ ਜਾਏਗਾ। ਬਾਣੀ ਗੁਰੂ ਨਹੀਂ ਹੈ ਸਾਡੀ। ਸਾਡੀ ਗੁਰੂ ਜਾਂ ਤੇ ਫੋਟੋ ਹੈ ਤੇ ਜਾਂ ਕੋਈ ਬਾਬਾ ਹੈ। ਘੰਟਿਆਂ ਬੱਧੀ ਜਾ ਕੇ ਬਾਬਿਆਂ ਕੋਲ ਬੈਠੇ ਹਾਂ ਅਸੀਂ। ਤੂੰ ਘੰਟੇ ਛੱਡ ਕੁਛ ਮਿੰਟ ਆਪਣੇ ਗੁਰੂ ਕੋਲ ਬਹਿਣਾ ਸ਼ੁਰੂ ਕਰ। ਮੈਂ ਕਹਿੰਦਾ ਚਲੋ ਕੁਛ ਨਾ ਕਰੋ, ਇੱਕ ਐਕਸਰਸਾਈਜ਼ ਹੀ ਸਹੀ। ਮੰਨ ਲਿਆ ਕਿ ਤੁਸੀਂ ਪੜ੍ਹੇ ਲਿਖੇ ਹੋ, ਤੁਹਾਡਾ ਦਿਮਾਗ ਨਹੀਂ ਮੰਨਦਾ, ਤੁਹਾਡੀ ਸਾਇੰਸ ਨਹੀਂ ਮੰਨਦੀ, ਤੁਹਾਡੀ ਮਤ ਸਹਿਮਤ ਨਹੀਂ ਹੈ, ਚਲੋ ਕੋਈ ਗੱਲ ਨਹੀਂ, ਇੱਕ ਐਕਸਰਸਾਈਜ਼ ਹੀ ਕਰਕੇ ਵੇਖ ਲਓ। ਹੋ ਸਕਦਾ ਹੈ ਇਹ ਗੱਲ ਤੁਹਾਡੇ ਜੀਵਨ ਨੂੰ ਬਦਲ ਦੇਵੇ। ਇੱਕ ਨਹੀਂ, ਬੜੀਆਂ ਪੰਕਤੀਆਂ ਨੇ ਔਰ ਉਹਦੇ ਵਿੱਚ ਇਹ ਲਿਖਿਆ ਵੀ ਹੈ ਵੀ ਇਹਦਾ ਰੀਜ਼ਨ ਕੀ ਹੈ। ਤੁਸੀਂ ਸੁਣੋਗੇ ਨਹੀਂ, ਮੈਂ ਬੋਲਾਂਗਾ ਨਹੀਂ, ਮੈਂ ਸੁਣਾਂਗਾ ਨਹੀਂ, ਤੁਸੀਂ ਬੋਲੋਗੇ ਨਹੀਂ, ਆਪਾਂ ਇੱਕ ਦੂਜੇ ਨੂੰ ਨਹੀਂ ਕਵਾਂਗੇ ਕਿਉਂਕਿ ਅਸੀਂ ਮੂਰਖ ਹਾਂ। ਤੇ ਮੈਂ ਮੂਰਖ ਦੇ ਅਰਥ ਜਿਹੜੇ ਰੋਜ਼ ਬੇਨਤੀ ਕਰਦਾ, ਜਿਹੜਾ ਇੱਕ ਦੂਜੇ ਦਾ ਮੂੰਹ ਰੱਖ ਲਵੇ। ਮੈਂ ਤੁਹਾਡਾ ਮੂੰਹ ਰੱਖ ਰਿਹਾ, ਤੁਸੀਂ ਮੇਰਾ ਮੂੰਹ ਰੱਖ ਰਹੇ ਹੋ। ਮੈਂ ਤੁਹਾਨੂੰ ਠੀਕ ਨਹੀਂ ਕਹਿਣਾ ਚਾਹੁੰਦਾ, ਤੁਸੀਂ ਮੈਨੂੰ ਨਹੀਂ ਕਹਿਣਾ ਚਾਹੁੰਦੇ। ਮੈਂ ਤੁਹਾਡੇ ਤੋਂ ਪਰਦਾ ਪਾ ਰਿਹਾ, ਤੁਸੀਂ ਮੇਰੇ ਤੋਂ ਪਾ ਰਹੇ ਹੋ। ਉਹ ਜਿਹੜੀ ਸੱਚ ਸੁਣਾਈ ਸੀ, ਸੱਚ ਕੀ ਬੇਲਾ, ਇਹ ਸਿਰਫ ਗੁਰੂ ਨਾਨਕ ਦੇ ਹਿੱਸੇ ਵਿੱਚ ਆਇਆ। ਵਾਹਿਦ ਇੱਕ ਗੁਰੂ ਨਾਨਕ ਹੈ ਧਰਤੀ ਤੇ, ਜਿਹੜਾ ਬਾਬਰ ਨੂੰ ਉਹਦੇ ਮੂੰਹ ਤੇ ਕਹਿੰਦਾ ਹੈ ਤੂੰ ਜਾਬਰ ਹੈ। ਮਲਕ ਭਾਗੋ ਨੂੰ ਕਹਿੰਦਾ ਤੂੰ ਪਾਪੀ ਹੈ। ਕੌਡੇ ਨੂੰ ਕਹਿੰਦਾ ਤੂੰ ਰਾਖਸ਼ ਹੈ। ਭੂਮੀਏ ਨੂੰ ਕਹਿੰਦਾ ਤੂੰ ਚੋਰ ਹੈ। ਸੱਜਣ ਨੂੰ ਕਹਿੰਦਾ ਤੂੰ ਠੱਗ ਹੈ। ਸਾਡੇ 'ਚ ਹੈ ਕਿਸੇ ਦੀ ਹਿੰਮਤ? ਅੱਤ ਦੇ ਸ਼ਰਾਬੀ ਬੰਦੇ ਨੂੰ ਕਹੀ ਜਾਵਾਂਗੇ ਗੁਰਮੁਖੋ ਕੀ ਹਾਲ ਹੈ। ਮੈਂ ਚੰਗੇ ਚੰਗੇ ਅੰਮ੍ਰਿਤਧਾਰੀ ਵੇਖੇ ਨੇ, ਪਤਾ ਹੈ ਸਾਹਮਣੇ ਵਾਲਾ ਬੰਦੇ ਦੀ ਫਰਿੱਜ 'ਚ ਅਜੇ ਵੀ 2-4 ਬੋਤਲਾਂ ਪਈਆਂ ਹੋਣਗੀਆਂ। ਫਿਰ ਕਈ ਜਣੇ ਗੁਰਮੁਖੋ ਕੀ ਹਾਲ ਹੈ। ਪੁੱਛੋ ਬਾਪੂ ਜੀ ਇਹਨੂੰ ਗੁਰਮੁਖ ਤੋਂ? ਨਹੀਂ ਜੀ ਉਹ ਸਾਡੀ ਬੋਲੀ ਹੈ। ਨਹੀਂ, ਇਹ ਤੁਹਾਡੀ ਬੋਲੀ ਨਹੀਂ ਹੈ।
ਤੁਸੀਂ ਚੰਗੇ ਹੋਣ ਦਾ ਸਰਟੀਫਿਕੇਟ ਲੱਭਦੇ ਫਿਰਦੇ ਹੋ ਕਿ ਤੁਹਾਨੂੰ ਸ਼ਰਾਬੀ ਵੀ ਕਵੇ ਜੀ ਬੜਾ ਚੰਗਾ ਹੈ। ਪੁੱਛੋ ਸ਼ਰਾਬੀਆਂ ਦੇ ਸਰਟੀਫਿਕੇਟ ਨਾਲ ਕੀ ਹੋਏਗਾ? ਸ਼ਰਾਬੀਆਂ ਦੇ ਸਰਟੀਫਿਕੇਟ ਨਾਲ ਰੱਬ ਦੇ ਘਰ 'ਚ ਤੁਹਾਨੂੰ ਥਾਂ ਮਿਲੇਗੀ। ਤੁਸੀਂ ਉਹਨੂੰ ਸ਼ਰਾਬੀ ਵੀ ਨਾ ਕਹੋ, ਇਹ ਵੀ ਕੋਈ ਜ਼ਰੂਰੀ ਨਹੀਂ ਵੀ ਆਪਾਂ ਉਹਨੂੰ ਸ਼ਰਾਬੀ ਕਹਿ ਕੇ ਹੀ ਬੁਲਾਉਣਾ ਹੈ, ਪਰ ਘੱਟੋ ਘੱਟ ਜਾਣਦੇ ਬੁੱਝਦੇ ਤੁਸੀਂ ਉਹਦੀ ਖੁਸ਼ਾਮਦ ਤੇ ਨਾ ਕਰੋ, ਤੁਸੀਂ ਉਹਦਾ ਮੂੰਹ ਤੇ ਨਾ ਰੱਖੋ। ਤੁਸੀਂ ਵਾਹਿਦ ਇੱਕ ਗੁਰੂ ਨਾਨਕ ਹੈ ਜੋ ਸੱਚੇ ਪਾਤਸ਼ਾਹ ਸੱਚ ਸੁਣਾਉਂਦੇ ਨੇ। ਕਦੋਂ? ਸੱਚ ਕੀ ਵੇਲਾ, ਜਦੋਂ ਵਕਤ ਹੋਵੇ ਸੱਚ ਬੋਲਣ ਦਾ, ਜਦੋਂ ਟਾਈਮ ਹੋਵੇ ਸੱਚ ਬੋਲਣ ਦਾ, ਜਦੋਂ ਉਹ ਗੱਲ ਕਰਨੀ ਹੀ ਬਣਦੀ ਹੋਵੇ ਉਦੋਂ ਕਰਨੀ ਚਾਹੀਦੀ ਹੈ। ਬੇਵਕਤੀ ਗੱਲ ਨਹੀਂ ਕਰਨੀ ਚਾਹੀਦੀ। ਸਿਆਣੇ ਕਹਿੰਦੇ ਨਮਾਜ਼ ਉਹੀ ਹੈ ਜਿਹੜੀ ਵਕਤ ਦੀ ਹੈ। ਹੁਣ ਨਿਤਨੇਮ ਅਸੀਂ ਕਰਦੇ ਆ ਨਾ, ਤੇ ਉਹਦਾ ਇੱਕ ਮਰਿਆਦਾ ਹੈ, ਉਹਦਾ ਇੱਕ ਸਿਸਟਮ ਹੈ ਵੀ ਆਹ ਬਾਣੀਆਂ ਤੁਸੀਂ ਸਵੇਰੇ ਪੜ੍ਹਨੀਆਂ ਨੇ, ਆਹ ਸ਼ਾਮ ਨੂੰ ਪੜ੍ਹਨੀਆਂ ਨੇ। ਕੀ ਜੇ ਸ਼ਾਮ ਵਾਲੀ ਬਾਣੀ ਸਵੇਰੇ ਪੜ੍ਹੋਗੇ ਤੇ ਕੀ ਹੋਏਗਾ? ਕੁਛ ਨਹੀਂ ਹੋਏਗਾ। ਬਾਣੀ ਤਾਂ ਬਾਣੀ ਹੈ, ਬਾਣੀ ਗੁਰੂ ਹੈ। ਕਿ ਸ਼ਾਮ ਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਹੋ ਸਕਦਾ? ਕਿ ਜਾਪ ਸਾਹਿਬ ਦਾ ਪਾਠ ਨਹੀਂ ਹੋ ਸਕਦਾ? ਬਿਲਕੁਲ ਹੋ ਸਕਦਾ। ਪਰ ਫਿਰ ਵੀ ਗੁਰੂਆਂ ਨੇ ਵੀ ਬੱਧੀ, ਅਗੋਂ ਪੰਥ ਨੇ ਵੀ ਬੰਨ੍ਹ ਦਿੱਤੀ ਕਿ ਜਪਜੀ ਅੰਮ੍ਰਿਤ ਵੇਲੇ ਪੜ੍ਹਨਾ ਹੈ, ਜਾਪ ਸਾਹਿਬ ਅੰਮ੍ਰਿਤ ਵੇਲੇ ਪੜ੍ਹਨਾ ਹੈ, ਸੋਈਏ ਅੰਮ੍ਰਿਤ ਵੇਲੇ ਪੜ੍ਹਨੇ ਨੇ, ਚੌਪਈ ਅੰਮ੍ਰਿਤ ਵੇਲੇ ਪੜ੍ਹਨੀ ਹੈ, ਆਨੰਦ ਸਾਹਿਬ ਅੰਮ੍ਰਿਤ ਵੇਲੇ ਪੜ੍ਹਨਾ ਹੈ, ਸੋਦਰ ਸੂਰਜ ਡੁੱਬਣ ਵੇਲੇ ਪੜ੍ਹਨੀ ਹੈ, ਸੋਹਿਲਾ ਸੌਣ ਲੱਗਿਆ ਪੜ੍ਹਨਾ ਹੈ। ਪਰ ਇਹ ਬਾਣੀ ਤੁਸੀਂ ਕਿਸੇ ਵੇਲੇ ਵੀ ਪੜ੍ਹ ਸਕਦੇ ਹੋ। ਪਰ ਜੇ ਸਵੇਰੇ ਉੱਠ ਕੇ ਪੜ੍ਹੋਗੇ ਤੇ ਹਰ ਬੰਦਾ ਤੁਹਾਨੂੰ ਕਹੇਗਾ ਗਿਆਨੀ ਜੀ ਨਿਤਨੇਮ ਕਰਦੇ ਸੀ ਤੁਸੀਂ, ਮੈਂ ਆਇਆ ਸੀਗਾ ਤੁਸੀਂ ਪਾਠ ਕਰਦੇ ਸੀ। ਹੁਣ ਦੁਪਹਿਰੇ ਤੁਸੀਂ ਪੜ੍ਹਦੇ ਹੋਗੇ, ਕੋਈ ਨਹੀਂ ਕਹੇਗਾ ਨਿਤਨੇਮ ਕਰਦੇ ਸੀ ਤੁਸੀਂ। ਇੱਕ ਮਰਿਆਦਾ, ਇੱਕ ਸਮਾਂ ਹੈ, ਇੱਕ ਟਾਈਮ ਹੈ। ਹਰ ਚੀਜ਼ परमात्मा ने टाइम च पा के दी है। ये सकल काल का किया तमाशा। आ जिन्नी खेड है भी समय की खेड है। काल किनू कहते ने? समय नू। समय तो बाहर कुछ भी नहीं है, वक्त तो बाहर ही कोई चीज नहीं है। बाणी गुरु है, गुरु बाणी है, सारी बाणी विच अमृत है। जो असी चाहुंदे आ गुरु साडा भी उही चाहुंदा है। असी चाहुंदे साडे काम हो जाण, गुरु भी चाहुंदा भी मेरे कोल आया इहदा काम हो जाना चाहिए। नुकता इत्थे अड़ गया है, असी कहने भी आ फड़ 10 रुपये तो तू साडा काम कर दी, गुरु कहता भी नहीं तू मेरे कोल बैठ ते मैं तेरा काम कर देना। तू मेरे कोल बैठ, थिर कर बैसो हर जन प्यारे सतगुर तुमरे काज सवारे, दुष्ट दूत परमेश्वर मारे। तेरे दूत दुष्ट भी मार देंगा। होर दस, जन की पैज रखी करतारे, बादशाह शाह सब वस कर दीने। आ जिहड़े मंत्रियां संतरियां मगर तू तुरिया फिरदे ते तेरे मगर तुरे फिरनगे। जिहड़े छोटे छोटे अफसरां दे मगर तू तुरदा है, ये तेरे मगर तुरनगे। पर तू मेरे कोल बैठते सही। हुण किड्डा वड्डा शब्द है, सज्जन सच्चा पातशाह, सिर शाहां दे शाह। इनू कला कला पढ़ो फिर तुहानू पता लगेगा भी तुसी पढ़िया की सीगा। सज्जन सच्चा पातशाह, सिर शाहां दे शाह। जिहड़े दुनिया ते राजे होए ने ये उन्हां तो वड्डा राजा है। तुम हो सब राजन के राजा। मुंह भर के पढ़िया करो बाणी नू।
जे तुसी मूँह पूरा खोल के बाणी नहीं पढ़ोगे तो तुहाडे कोलों वो उचारण होएगा ही नहीं। कई गुरु के रागी सिंह गाउंदे बड़ा वधिया ने, क्योंकि उन्होंने को ट्यूना बड़िया वधिया ने, तर्जा बड़िया सोहणिया गाउंदे ने। कई बाणी बड़ी वधिया पढ़ते हैं। उन्हों का एक एक पढ़िया अखर जिहड़ा गुरबाणी का वो साडे हिरदे में जाके टिकदा है। मैनू भी देखो, मैं कोई रागी सिंह तो है नहीं, थोड़ी बहुती संगीत की विद्या लई, पर अपना गला ही घोगड़ कां वर्गा सी। मैं तुरिया ही नहीं इस पासे। मैं कहा मैनू पता है मैं गा पावांगा ही नहीं, क्योंकि ओहो जिहा रसीला गला वाहिगुरू ने मैनू नहीं दिता। पर थोड़ी जी जानकारी पहला मिली, फिर जदों कदे रागी सिंघां दी अपॉइंटमेंट होनी, कदे उदों बैठण दा मौका मिलना, कदे बड़े बड़े वड्डे धुरंतर रागां दे माहर बैठते सी, ते फिर कीर्तनिया सिंह रखिया जांदा सी। सिंह बंधु पाटल साहब वर्गे बंदे बैठते सी। और उत्थे जाके पता लगा, नहीं तो कई बारी तुसीं वेख्या कई कथा वाले भी हथ मारते हैं, कई कीर्तन वाले भी गतका खेडन लग पैंदे ने, फिर इदा इदा करी जाणगे। जिहड़े सिंह बंधु दो भरा सी ना, उन्हां चों एक उन्होंने मैनू इदा नाल बिठा के रागी सिंह नूं समझा रहे, मैं भी समझ गया लागे बैठा। वो कहते तुहाडी आवाज़ का उतरा चढ़ाव ही जिहड़ा है ना, वो तुहाडे शब्द नूं प्रगट करना चाहिए। तुहाडे हथ का इशारा भी जिहड़ा है वो उस नूं दृढ़ाउंदा होना चाहिए, तां जाके गल बनेगी, उदां नहीं बनेगी। वो छोटे हुंदे ना एक हासे की गल सुनते हुंदे सी भी किसी आदमी ने पहला मुड़न की गल की तो मुड़ के मुड़िया ही नहीं। बड़ा पिछला आदमी सी, उन्हें कहा भी हुणे ने तो सज्जे पासे मुड़ जाना है, उन्हें गड्डी खब्बे पासे कर ली, वो दूजे ने भी करती, वो गड्डी रगड़ती ओदी। वो कहता भी तू इदा बांह की सी, बाहर निकल ली। कहता जो मैं बांह की सी तो मुड़ के मैं इदा भी तो किया सी ना, कांटा भी तो मारिया सी ना, भी नहीं हुण नहीं मुड़ना मैं। गुरु दे कोल असीं आउणे आ, इथों जो चाहो तुसीं लैके जा सकते हो। साचे साहिबा क्या ना ही घर तेरा, घर तां तेरा सब किश है। सब किश दा मतलब, सब किश दा मतलब मेरे हिसाब नाल जिन्नी कि मैनू जानकारी है, क्यों किन्नियां क चीज़ां गिणनियां आउंदियां होणगियां मैनू सारिया चीज़ों के ना ही नहीं आते, तो मैं की कहांगा भी किहड़ी किहड़ी चीज़ हैगी सच्चे पातशाह के घर विच। जिहड़ियां चीज़ां की तैनू जानकारी भी नहीं वो भी हैगियां ने, जिन्हां दे तैनू नाम भी नहीं पता वो भी हैगियां ने। हो सकदा तेरियां लोड़ां थोड़ियां होण, पर यह घर एडा वड्डा है, इत्थे सब कुछ है, जो चाहेगा तू मिल जाएगा। जरूरत इस गल की कि इत्थे बैठ कि आपां कदे नोट किया है कि गुरुद्वारियां नूं बनाउण दे विच ये जिहड़ी इमारत की गल ध्यान विच रखी गई, वो भी इसे करके सी कि इत्थे असीं थोड़ा समा बैठ सकीए। बकायदा बैठण का प्रावधान किया होया गुरुद्वारे विच, इसे करके किया।
पर ये सारियां गल्लां तां होणगीਆਂ जे सानू बाणी पढ़दियां वो गल्लां दृढ़ हो जाण। हुण ये शब्द ते बहुत वारी सुनिया, सज्जण सच्चा पातशाह सिर शाहां दे शाहो, वो हाहे नूं हो बनाती, ओदी लोड़ नहीं सी, लोड़ इस गल दी सी, सज्जण सच्चा पातशाह सिर शाहां दे शाह, जिस पास बैठिया सोही है सबना दा विसा। फिर विसा हो, वो लगा मात्रा वाल चले गए। इत्थे बैठो जेड़ा शाहां दा शाह है, जिथे सबना दा विसा, इत्थे सारियां दा भरोसा है। हो सकता मेरा घट होवे, इत्थे इस तो वड्डे भरोसे वाले भी बैठे ने। जिन्होंने इन्ना भरोसा है जिन्ना भगत प्रहलाद नूं सी। प्यो ने तलवार कढ़ ली है, कहता तेरा मैं गल कट देंगा, कहता नहीं बापू तू नहीं कट सकता। खड़ग कढ़ ली, कृपान कढ़ ली, मैं तेरे टुकड़े कर देंगा, कहता नहीं बापू तू नहीं कर सकता। की होया फिर? परमात्मा नरसिंह रूप धारण करके प्रगट हो गया। उहदे हाथ विच खड़ी फड़ी हुई कृपान जिहड़ी है, वो भगत प्रहलाद दा गल नहीं कट सकी। गुरबाणी तुहानूं बार बार समझाउंदी है कि रब तुहाडे हत्थां पैरां तो भी नेड़े है। कहो रविदास हाथ पै नीर सहजे होए सो होई। जे रब नूं तुसीं हत्थां पैरां तो नेड़े मनदे हो ते धर्मी हो। बाणी गुरु है। सवाल ये नहीं कि ये बाणी सतगुरां ने महीने दे परथाए उचारी है, ये बाणी लावां दे परथाए उचारी है, ये घोड़ियां ने, ये अलाणियां ने। सवाल ये नहीं है। सवाल ये कि बाणी तो बाणी है भाई। परथाए साखी महापुरख बोल दे सांझी सगल जहाने। अज भी सतगुरु साडा मार्ग दर्शन करते ने। मंगर महा सुहंदियां, मगर महीने का ना है। इस महीने विच वो जीव रूपी इस्त्रियां शोभदियां ने, वो जग्यासू रूहां शोभदियां ने। वो पवित्र जीव आत्मावां शोभदियां ने। हुण इत्थे पहलां ते असीं उस गल चों बाहर आईए कि मैं बंदा हाँ, ये औरत है। संगत दे विच कोई बंदा नहीं है, कोई औरत नहीं है। जदों तुसीं संगत विच आ गए तो साडे सारिਆਂ ते गल लागू हो गई है कि आवो भैणे गल मिले अंक सहेलड़ियां, मिल के करें कहानियां समरथ कंतकियां। आओ भैणे आपां मिलीए, आओ मिल के असी समरथ कंत जिहड़ा है, कंत कहते ने पति नूं। समरथ का मतलब जो कुछ भी कर सकता है, समरथ तो वही है। एक कर सके एक ना कर सके वो समरथ नहीं है। ये कर सकता है ये नहीं कर सकता वो समरथ नहीं है। समरथ वो है जो सब कुछ कर सकता है। इस जग में पुरख एक है, होर सगली नार सबाई। जिस जगत विच कोई पुरख है तो सिर्फ करता पुरख है। इनू कहते हैं मूल मंत्र।
कदे इदा अर्थ सुने ने? मैं इन्नियां माला करदा, कोई कहता जी मैं इन्नियां माला करदा, भी तू इनू डबल भी कर लेवेगा तां भी फर्क नहीं पैना। एक ओंकार सतनाम करता पुरख निरभौ निर्वैर काल मूरत जुनि सैभं गुर प्रसाद। एक ओंकार सतनाम करता पुरख निरभौ निर्वैर काल मूरत जुनि सैभं गुर प्रसाद। तू 1000 की 2000 रोज कर तां की फर्क पैन लगा? तू ये दस भी तू पुरख करता पुरख नूं मनदा है कि हर पुरख दे अगे हथ जोड़दा फिरदा है, कि कल्ले कल्ले दे अगे नक रगड़दा फिरदा है? नहीं, इस जगत विच कोई पुरख नहीं है, सब मंगते ने, सब भिखारी ने, पुरख इको ही है, सिर्फ करता पुरख है। जे पुरख की गल करनी तो सिर्फ करते पुरख की करनी है। वो जिहड़ा करता पुरख है, इस जग में पुरख एक है, होर सगली नार सबाई। आपां सारियां ओदियां जीव रूपी इस्त्रियां हाँ, असी हाँ पत्नियां, वो साडियां सारियां पत्नियां दा कल्ला इको ही पति है। कि परमात्मा नूं असी पति मान लिया? तो जे मान लिया तो दुनिया दे विच तुसीं वेखो भी पति दा की स्टेटस है, की दर्जा है, की उहदी मानता है, उहदा की रुतबा है, उहदा की मरतबा है, एक इस्त्री दी जिंदगी विच उहदी की थां है। कि वो थां तुसीं रब नूं अपनी जिंदगी विच दे दित्ती है? सिर्फ एक सुहागण तो समझण दी लोड़ है। जिहड़ी विआही होई बच्ची है, विआही होई जिहड़ी साडी धी भैण बेटी है, उन्होंने पुछ लो भी तू जिस ससुराल परिवार विच रहनी है कि उस घर विच इको ही बंदा है? वो कहेगी नहीं, मेरा जेठर भी है, मेरा देवर भी है, मेरे सौहरा साहब भी ने, पति इको ही है। वो सब दी रोटी भी पकाएगी, सब दे कपड़े भी धोवेगी, सब दे भांडे भी मांजेगी, सब दा मंजा बिस्तरा भी विछाएगी, पर उन्हें सारिਆਂ ਨੂੰ पति नहीं मन्निया। कोई जेठ है उन्होंने वड्डा भरा मन्ने, कोई देवर है उन्होंने अपना छोटा भरा मन्ने, कोई सौहरा है उन्होंने अपना पिता मन्ने। पर इत्थे तो हद है, इत्थे भी मत्था टेकना, उत्थे भी मत्था टेकना, उत्थे भी मत्था टेकना। कईयां दी ते सवेर दी तुसीं किते उन्हां दी किताब पढ़ो ना, भी जिहड़ी उन्होंने अपना रूट बनाया होया है। कई बंदे 2-2.5 घंटे सवेरे इसे एक्सरसाइज ते हुंदे ने कि पूरी दिल्ली च मत्था टेकना है उन्होंने। बस इन्ना ही फर्क है दुहागण ते सुहागण विच। सुहागण नूं किते नहीं जाण दी लोड़, वो एक घर विच रहिंदी है, उन्होंने सारे हक हकूक, सारे मान सन्मान उस औरत नूं प्राप्त ने। सतगुरु बाणी च बार बार कहते हैं कि भाई तुसी किसी सुहागण तो ही पुछ लो, जाए पुछो सुहागणी तुसी राविया किन्नी गुणी। साडे सामने है, उस बच्ची ने भरे समाज विच पहला पल्ला फड़िया है। बकायदा असी क्या रागी सिंघां नूं शब्द पढ़ो जी, उस्तत निंदा नानक जी मैं हब वंझाई अज तो बाद। उस्तत की है चंगियाई, निंदिया की है बुराई, मैं छड़ दी। हुण जो कुड़ी पल्ला फड़ के फिर कवे मुंडे दा कद छोटा है, इहदा रंग काला है, ये तो मेरे बाप ने धक्का कीता है, ये ना बसी, ये समझ लो आई लो वापस। ये डोली घर पहुंचे इन्नी बड़ी है। पल्ला फड़न तो पहला ये गल चेते रखनी। हुण ये गल्लां करदे ही नहीं असीं आप।
सानू तो बैंड बाजे वाले ने पागल किया होंगे विआह च। जिस धी ने यह गल पल्ला फड़न लग्या रागी सिंघां दी सुन लई कि उस्तत निंदा नानक जी मैं हब वंझाई छड़ दी, मैं कल नूं मेरियां सहेलियां की कहणगियां। छोड़िया हब किछ त्यागी। हब किछ का मतलब कि सब कुछ, ये नहीं भी ये त्यागया वो त्यागया वो त्यागया ये नहीं त्यागया ना, सब कुछ छड़ दिता है। ते सभे काज उस वक्त फिर पूरे होंदे ने। हब किछ त्यागी, सब कुछ छड़ दिता। फिर की कीता, हबे साक कुड़ावे डिठे तो पल्ले तैंडे लागी। उस पल्ला फड़न तो बाद तुसी वेखो उस बच्ची दे राइट किन्ने आ गए। उस पल्ला फड़न तो बाद किसी की हिम्मत है कि उस बच्ची नूं कोई घरों कढ़ देवे। एक डोमैसटिक ला है, शायद मैं आप जी नूं दस दिया। मैं दुनियावी कानून की गल करदा, रब दे कानून तो बड़े परे ने ना। जो वो चलने ने उत्थे तो किसी ने लभना नहीं ना, उत्थे किसी 5 लाख के वकील की चलनी ना, उत्थे 10 लाख के वकील की चलनी है। दुनियावी कानून भी कहता है एक डोमैसटिक ला है, वो की है कि कुड़ी तुहाडे ही घर च रहेगी। तुहानूं अपने घर दे विच उहनूं किचन, अपने घर विच कमरा, अपने घर च बाथरूम बना के देना होएगा, क्योंकि पल्ला फड़ के आई है। वो भज के गड्डी च नहीं चढ़ी, उन्हें भरी बरादरी च पल्ला फड़िया सी। उन्हें तुहाडे नाल कुछ कमिटमेंट कीतियां सी। उन्हें उस्तत निंदा छड़ दी सी। उन्हें तुहाडे ते भरोसा कीता सी। सतगुरु महाराज कहते ने मंगर माहे सुहंदियां हर पिरसंग बैठड़ियां। वो किहड़ियां जीव आत्मा शोभदियां ने जिहड़ियां अपने पति परमात्मा कोल आके बैठदियां ने। चलो गुरुद्वारे ना सही, कदे घर रब कोले बैठे हो, तुसीं कहोगे साडे घर ते रब है ही नहीं। रब कित्थे नहीं हैगा? कोई है थां जिथे रब नहीं हैगा? तेरे घर च भी रब नहीं हैगा, तेरी दुकान में ही रब नहीं हैगा, गुरुद्वारे च तू उदा नहीं मनदा, फिर दसो फिर तू फिर काहदा धर्मी है बई? तू तो कर्मकांडी है। इसे करके अज 100 चों 70-80 बंदे तांत्रक ने, धर्मी नहीं है। आ मुंदरी पा लो जी, आ धागा पा लो जी, आ तवीत पा लो जी, आ मौली बन लो जी, आ कंठी पा लो जी। ये तांत्रक बंदियां दे काम ने। धर्मी बंदे दा काम है सच बोलना, धर्म कमाउणा, किरत करनी, नाम जपना, वंड छकना। ये धर्मियां दे काम ने। जिहड़े सानू लोक मिलते ने ये तांत्रक लोक ने। ये जंतरा मंत्रां दे विच गवाचे हुए लोक ने। मैं एक बारी नहीं, मैं गुरु की हजूरी विच, हालांकि वो बंदा जेल भी गया, सारी दुनिया उन्होंने जानती है, पर मैं एक गल की उस बंदे नूं दात देना। उसका नाम सी चंद्रा स्वामी। उन्हें कदे नहीं लिखिया मैं संत हाँ, मैं साधु हाँ ना। अज भी वो गूगल ते चले जाओ, सर्च करो, उत्थे लिखिया होएगा तांत्रक चंद्रा स्वामी। इत्थे दुख की है भी जिहड़ा स्वाह दियां पुड़ियां दिंदा ओह कहंदा मैं संत हाँ। तू लिख तांत्रक, की तराज है? मैं कुल्फी बेचा तो मैं लिखना चाहिए ना कुल्फी वाला। हुण मैं लिखिया होवे ड्राई फ्रूट वाला तो वेचदा होवां कुल्फियां। आ हालत है लोगों की। देने धागे च भी तो कहना मैं संत हाँ। भी तू संत कित्थों हो गया? कबीर सेवा को दोए भले, एक संत एक राम, राम जो दाता मुक्त को, संत जपावे नाम। तू नाम जपाते असी भी कहिए तू संत है। तांत्रिक संत नहीं होंगे।
ਅਸੀਂ ਤਾਂਤਰਿਕ ਵਿਦਿਆ ਦੇ ਵਿੱਚ ਗਵਾਚ ਗਏ। ਜਿਹੜੀਆਂ ਜੀਵ ਆਤਮਾਵਾਂ ਪਰਮਾਤਮਾ ਕੋਲ ਬੈਠਦੀਆਂ ਨੇ, ਮੰਗਰ ਮਾਹੇ ਸੁਹੰਦੀਆਂ, ਉਹ ਸ਼ੋਭਦੀਆਂ ਨੇ। ਹਰ ਪਿਰ ਸੰਗ ਬੈਠੜੀਆਂ, ਹਰੀਪਤੀ ਰੱਬ ਪਰਮਾਤਮਾ। ਤਿਨ ਕੀ ਸ਼ੋਭਾ ਕਿਆ ਗਣੀ, ਜੇ ਸਾਹਿਬ ਮੇਲਣੀਆਂ। ਹੁਣ ਉਸ ਪਤਨੀ ਦੀ ਸ਼ੋਭਾ ਜਿਹਨੂੰ ਪਤੀ ਪਰਮਾਤਮਾ ਨੇ ਆਪ ਮਿਲਾਇਆ ਹੋਵੇ ਆਪਣੇ ਨਾਲ, ਸਤਿਗੁਰੂ ਕਹਿੰਦੇ ਤੁਸੀਂ ਉਹਦੀ ਸ਼ੋਭਾ ਗਿਣ ਹੀ ਨਹੀਂ ਸਕਦੇ। ਗਿਣਨ ਤੋਂ ਭਾਵ ਹੁੰਦਾ ਕਾਊਂਟਿੰਗ ਕਰਨੀ, ਗਿਣਨ ਤੋਂ ਭਾਵ ਹੁੰਦਾ ਉਹਦੀ ਕੈਲਕੂਲੇਸ਼ਨ ਕਰਨੀ, ਉਹਦੀ ਗਿਣਤੀ ਮਿਣਤੀ ਕਰਨੀ। ਇਹਦੇ ਅਰਥ ਜੇ ਸਮਝ ਆ ਗਏ ਤੇ ਤੁਹਾਨੂੰ ਗੱਲ ਵੀ ਸਮਝ ਆ ਜਾਏਗੀ। ਤਿੰਨ ਕੀ ਸ਼ੋਭਾ ਕਿਆ ਗਣੀ, ਇੱਥੇ ਗੁਣ ਨਹੀਂ ਹੈ, ਗਣੀ ਹੈ। ਗਣੀ ਦਾ ਅਰਥ ਹੁੰਦਾ ਗਿਣਨਾ। ਉਹਦੀ ਸ਼ੋਭਾ ਨੂੰ ਗਿਣ ਕੇ ਹਜ਼ਾਰਾਂ ਦੇ ਵਿੱਚ, ਲੱਖਾਂ ਦੇ ਵਿੱਚ, ਕਰੋੜਾਂ ਦੇ ਵਿੱਚ ਤੁਹਾਡੇ ਕੋਲੇ ਰਕਮ ਨਹੀਂ ਹੋਏਗੀ ਕਿ ਤੁਸੀਂ ਲਿਖ ਸਕੋ। ਤਿੰਨ ਕੀ ਸ਼ੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆਂ। ਜਿਨ੍ਹਾਂ ਨੂੰ ਸਾਹਿਬ ਨੇ ਆਪ ਮਿਲਾਇਆ, ਉਹਨਾਂ ਦੀ ਸ਼ੋਭਾ ਨੂੰ ਕੋਈ ਗਿਣ ਨਹੀਂ ਸਕਦਾ, ਕਾਊਂਟਿੰਗ ਨਹੀਂ ਕਰ ਸਕਦਾ, ਉਹਦੀ ਕੈਲਕੂਲੇਸ਼ਨ ਨਹੀਂ ਹੋ ਸਕਦੀ, ਉਹਦੀ ਗਿਣਤੀ ਮਿਣਤੀ ਨਹੀਂ ਹੋ ਸਕਦੀ। ਉਹਨੂੰ ਰਕਮ ਦੇ ਵਿੱਚ, ਹਿੰਦਸਿਆਂ ਦੇ ਵਿੱਚ, ਅੱਖਰਾਂ ਦੇ ਵਿੱਚ ਲਿਖਿਆ ਨਹੀਂ ਜਾ ਸਕਦਾ। ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆਂ। ਹੁਣ ਉਹਦੀਆਂ ਸਹੇਲੀਆਂ ਕੌਣ ਨੇ? ਸਾਧੂ, ਰੱਬ ਦੇ ਪਿਆਰੇ। ਉਹਦੀ ਆਪਣੀ ਦਸ਼ਾ ਕੀ ਹੈ? ਤਨ ਮਨ ਮੌਲਿਆ ਰਾਮ ਸਿਉ। ਉਹਦਾ ਤਨ ਤੇ ਮਨ ਖਿੜਿਆ ਹੋਇਆ ਹੈ ਰੱਬ ਦੇ ਉਸ ਪਿਆਰ ਦੇ ਵਿੱਚ। ਜਿਹੜੀ ਬੱਚੀ ਵਿਆਹਣ ਤੋਂ ਬਾਅਦ ਆਪਣੇ ਸਹੁਰੇ ਘਰ ਜਾ ਕੇ ਸੁਖੀ ਹੈ, ਖੁਸ਼ ਹੈ, ਤੁਸੀਂ ਉਸ ਬੱਚੀ ਨੂੰ ਪੁੱਛਣ ਦੀ ਲੋੜ ਨਹੀਂ ਤੁਹਾਨੂੰ। ਉਹਦਾ ਚਿਹਰਾ, ਉਹਦਾ ਹਾਵ ਭਾਵ, ਉਹਦਾ ਘਰੋਂ ਬਾਹਰ ਨਿਕਲਣਾ, ਘਰ ਆਉਣਾ, ਪੇਕੇ ਆਉਣਾ, ਰਿਸ਼ਤੇਦਾਰਾਂ ਕੋਲ ਜਾਣਾ, ਵਿਆਹ ਸ਼ਾਦੀਆਂ 'ਚ ਤੁਹਾਨੂੰ ਮਿਲਣਾ, ਤੁਹਾਨੂੰ ਪੁੱਛਣ ਦੀ ਲੋੜ ਹੀ ਨਹੀਂ ਪੈਣੀ। ਪਰ ਜਿਹੜੀ ਕੁੜੀ ਦੇ ਮੂੰਹ ਤੇ ਮੁੜ ਕੇ ਕਦੇ ਹਾਸਾ ਹੀ ਨਾ ਆਇਆ ਹੋਵੇ, ਕਦੇ ਚਿਹਰੇ ਤੇ ਰੌਣਕ ਹੀ ਨਾ ਆਈ ਹੋਵੇ, ਤੇ ਪੁੱਛਣਾ ਹੀ ਪਵੇਗਾ ਨਾ ਵੀ ਧੀਏ ਤੂੰ ਸੁਖੀ ਵੀ ਹੈ। ਜਿਹੜੀ ਜੀਵ ਆਤਮਾ ਪਰਮਾਤਮਾ ਪਤੀ ਦੇ ਉਸ ਪਿਆਰ ਵਿੱਚ ਮੌਲੀ ਗਈ, ਜਿਹਦਾ ਤਨ ਮਨ ਮੌਲਿਆ, ਉਸ ਰੱਬ ਦੇ ਪਿਆਰੇ ਦਾ ਚਿਹਰਾ ਖਿੜਿਆ ਹੋਏਗਾ। ਉਹ ਤਵੇ ਵਾਂਗੂ ਧਮਾਖਿਆ ਹੋਇਆ ਨਹੀਂ ਹੋਏਗਾ, ਸੜਿਆ ਹੋਇਆ ਨਹੀਂ ਹੋਏਗਾ, ਉਹਦੇ ਮੱਥੇ ਤੇ ਤਿਉੜੀਆਂ ਨਹੀਂ ਹੋਣਗੀਆਂ। ਤੁਸੀਂ ਵੇਖਿਓ ਕਈ ਖਿਜੇ ਪਏ ਹੁੰਦੇ ਨੇ, ਇਹ ਜੀ ਪਾਠ ਪੂਜਾ ਕਰਦੇ। ਕਿਹਦੀ ਪਾਠ ਪੂਜਾ ਕਰਦੇ? ਰੱਬ ਕੋਈ ਰੋਂਦਾ ਕਰਲਾਉਂਦਾ? ਰੱਬ ਹੈ ਜਿਹਦੀ ਪਾਠ ਪੂਜਾ ਕਰਕੇ ਤੁਹਾਡਾ ਮੂੰਹ ਸੜਿਆ ਹੋ ਗਿਆ। ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ਼। ਜਿਹੜਾ ਵਿਅਕਤੀ ਇਹ ਢੌਂਗ ਕਰੇ ਨਾ ਵੀ ਸ਼ਾਇਦ ਬਾਣੀ ਪੜ੍ਹ ਪੜ੍ਹ ਕੇ ਹੀ ਉਹ ਧੁਆਕਿਆ ਗਿਆ ਹੈ, ਬਾਣੀ ਪੜ੍ਹ ਪੜ੍ਹ ਕੇ ਹੀ ਉਹ ਜੀ ਉਹਦਾ ਤੇ ਖੂਨ ਵੀ ਸੜ ਗਿਆ ਹੈ, ਖੂਨ ਉਹਦਾ ਈਰਖਾ 'ਚ ਸੜਿਆ ਹੋਣਾ ਹੈ। ਕਿਉਂਕਿ ਕਈ ਇਸ ਖਾਤੇ 'ਚ ਵੀ ਤੁਰੇ ਹੋਏ ਨੇ। ਕਈਆਂ ਨੂੰ ਇਹ ਚੀਜ਼ ਹੀ ਨਹੀਂ ਮਾਣ ਕਿ ਮੈਂ ਤਾਂ ਇੰਨਾ ਪਾਠ ਕਰਦਾ ਜੀ, ਮੈਂ ਤਾਂ ਇੰਨੀ ਸੇਵਾ ਕਰਦਾ ਜੀ। ਇਸੇ ਕਰਕੇ ਸਤਿਗੁਰਾਂ ਨੇ ਇਹ ਗੱਲ ਪਹਿਲਾਂ ਕਹੀ ਹੈ। ਕਿਸੇ ਸਾਧੂ ਨੂੰ ਨਹੀਂ ਕਿਹਾ ਵੀ ਤੂੰ ਕੋਠੀ ਛੱਡ, ਤੂੰ ਪਰਿਵਾਰ ਛੱਡ, ਤੂੰ ਆਪਣਾ ਘਰ ਛੱਡ, ਕਿਉਂਕਿ ਛੱਡਿਆ ਹੀ ਛੱਡ ਕੇ ਸਾਧੂ ਬਣਿਆ। ਅਮੂਮਨ ਜਿਹੜਾ ਸਾਧੂ ਤੁਹਾਨੂੰ ਮਿਲੇਗਾ ਉਹ ਤੁਹਾਨੂੰ ਕਹੇਗਾ ਕਿ ਮੇਰੇ ਕੋਲ ਤਾਂ ਕੁਝ ਨਹੀਂ ਹੈਗਾ ਜੀ, ਮੈਂ ਤੇ ਬਸ ਇੱਕ ਕਫਣੀ ਜੀ ਪਾਈ ਹੋਈ ਹੈ। ਪਰ ਗੁਰੂ ਨੌਵੇਂ ਪਾਤਸ਼ਾਹ ਉਹਨੂੰ ਵੀ ਕਹਿੰਦੇ ਨੇ ਜਿਹੜਾ ਕੱਲੀ ਕਫਣੀ ਪਾ ਕੇ ਤੁਰਿਆ ਫਿਰਦਾ, ਕਹਿੰਦੇ ਸਾਧੋ ਮਨ ਕਾ ਮਾਣ ਤਿਆਗੋ। ਕਿਉਂਕਿ ਮਨ ਕਰਕੇ ਉਹ ਇਸ ਗੱਲ 'ਚ ਵੀ ਹੰਕਾਰੀ ਹੈ
कि मैं तो सारा कुछ ही छड्ड दिता है। ये उस तो भी खतरनाक है। देखो, घर जायदाद छड्डण की लोड़ नहीं, तुसीं बच्चों को 30-35 साल के हो लैण तो इन्होंने आपे छड़ा लेना है। सब कुछ रगड़ा मगड़ा सब ठीक हो जाएगा। एक हंकार है जिहड़ा ज्यादा बंदा छड्डे या बंदे का रब छड़ावे, नहीं तो बाकी नहीं छुटता है। तुसीं वेखिया होना कि कईयां कोले कख भी नहीं हुंदा, आकड़ फिर चुकी फिरदे हुंदे ने। मैं ऐसियां माइयां वेखियां ने गुआढ़ियां दे निआणियां तो रोटी खाई जांदियां ने। सुना वे पुत की हाल है, पुत मेरी बहू का की हाल है, पुत वड्डे काके दी सुना। वो काका घर वाली नूं कहंदा भी जाए सवेरे ना बेबे नूं चाह दे के आउणी हो, ते एक माई घर बैठी है। वो घर वाली भी कहती भी खबरदार जे तू मैनूं कहा भी इहनूं सवेरे चाह देनी इस बुढ़ी नूं, मैं नहीं देनी। उहदे कोल की